सत श्री अकाल जी। तुसीं प्राइम मिनिस्टर टैलीविजन देख रहे हो दोस्तों। मैं स्वर्ण सिंह टैणा ते हर रोज़ की तरह ही प्रोग्राम खबर की खबर लेके हाजिर हाँ। पहली वड्डी खबर दे वाल जाण तो पहलां पंजाब के मौसम की हाल बयानी। पंजाब दे विच ठंड जोर फड़ चुकी है तो पंजाब दे विच लगातार धुंध पै रही है तो पंजाब दे विच हर रोज़ 1 2 3 थावां तो सड़क हादसिਆਂ ਦੀਆਂ खबरां प्राप्त ਹੁੰਦੀਆਂ। नुकसान ना किसी का होवे, हर बंदा चढ़दी कला दे विच रहे, किसी जी का कोई विछोड़ा ना पवे तो यदि असीं कामना करते हैं कोई जानी माली नुकसान मौसम के बदलाव के करके या उदा भी निजी जिंदगी के किसी का क्यों असीं करना या कराउणा। सो सब कुछ ठीक रहे यदि असीं कामना करते, पर ठंड ने वट हाले कढ़ने आ। मौसम विभाग की भविष्यवाणी ये है कि आउंदे 48 घंटिਆਂ ਦੇ ਵਿੱਚ पंजाब ਦੇ ਵਿੱਚ कणीਆਂ ਦੀ कोई आस नहीं है। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਗੋਲਡੀ ਬਰਾੜ ਨਾਲ ਸੰਬੰਧਿਤ। ਗੋਲਡੀ ਬਰਾੜ ਨੂੰ ਫੜਿਆ ਕਿਨੇ ਸੀ, ਕਿ ਉਹ ਫੜਿਆ ਗਿਆ ਕਿ ਨਹੀਂ, ਇਹਦੇ ਬਾਬਤ ਚਰਚਾਵਾਂ ਦਾ ਬਾਜ਼ਾਰ ਗਰਮ ਹੈ। पर उस तो पहला असी उन्हां नौजवानों का धन्यवाद करना चाहुंदे आ जिन्हां ने एक लुट्टे गए साडे पंजाबियों के वल्लों ही लुट लए गए एक ट्रक ड्राइवर की मदद कर दी है। आपां सेबां वाला मामला जानते ही हाँ भी रजिंदरगढ़ पिंड दे वाले जिस तरीके नाल सेबां नाल भरिया ट्रक पलटिया, ड्राइवर दे सट्टां लगियां। 1200 पेटी साडे भुखड़ पंजाबियों दे वल्लों कुछ एक जिहड़े भुखड़ पंजाबी है साडे सारे तो नहीं इक्को जे, बहुत सूझवान गे जिहड़े कि लंगर भी लाउंदे आ, पर भुखड़ां दे वल्लों ਜਿਹੜੀਆਂ ਇਹ ਪੇਟੀਆਂ ਚੱਕੀਆਂ ਗਈਆਂ। ਉਸ ਤੋਂ ਬਾਅਦ ਉਸ ਡਰਾਈਵਰ ਦਾ ਜਿਹਦਾ ਨਾਮ ਹੈਗਾ ਜੀ ਕੁਲਜਿੰਦਰ ਸਿੰਘ, ਉਹਦਾ ਖਾਸਾ ਨੁਕਸਾਨ ਹੋਇਆ ਕਿਉਂਕਿ ਜੰਮੂ ਕਸ਼ਮੀਰ ਦੇ ਸੇਬ ਵਪਾਰੀ ਨੇ ਇਹ ਗੱਲ ਕਹਿਤੀ ਸੀ ਕਿ ਭਾਈ ਮੇਰਾ ਮਾਲ ਸੀ, ਉਹ ਸੇਬ ਸੀ, ਤੁਸੀਂ ਇੱਕ ਤੋਂ ਦੂਜੀ ਥਾਂ ਤੱਕ ਪਹੁੰਚਦਾ ਕਰਨਾ ਸੀ ਮੇਰਾ ਮਾਲ, ਮੇਰੇ ਇੰਨੇ ਰੁਪਈਆਂ ਦਾ ਨੁਕਸਾਨ ਹੋਇਆ। ਤੇ ਕਮਾਲ ਦੀ ਗੱਲ ਦੇਖੋ, ਭਾਵੁਕ ਕਰਨ ਵਾਲੀ ਗੱਲ ਦੇਖੋ, ਪਟਿਆਲਾ ਤੇ ਮੋਹਾਲੀ ਦੇ 2-3 ਨੌਜਵਾਨਾਂ ਨੇ 9 ਲੱਖ ਰੁਪਏ ਤੋਂ ਵੱਧ ਦਾ ਚੈੱਕ ਆ ਜਿਹੜਾ ਉਹ ਸੇਬ ਵਪਾਰੀ ਨੂੰ ਬੁਲਾ ਕੇ ਸੌਂਪ ਦਿੱਤਾ ਵੀ ਯਾਨੀ ਕਿ ਜੇਕਰ ਨੁਕਸਾਨ ਹੋਇਆ ਤੇ ਆ ਲੈ ਭਾਈ ਚੈੱਕ ਸਾਡੇ ਇਸ ਵੀਰ ਦਾ ਜਿਹਦਾ ਕਿ ਨੁਕਸਾਨ ਆਪਦਾ ਹੋ ਚੱਲਿਆ ਸੀ, ਜਿਹਦਾ ਕਿ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਮਾਨਸਿਕ ਤੌਰ ਤੇ ਨੁਕਸਾਨ ਵੀ ਸਾਡੇ ਪੰਜਾਬੀਆਂ ਨੇ ਕਰਤਾ। ਡਰਾਈਵਰ ਸਾਹਿਬ ਦਾ ਕੋਈ ਕਸੂਰ ਨਹੀਂ। ਜੇ ਮੰਨ ਲਓ ਇਹ ਪੰਜਾਬੀ ਨਾਲ ਨਾ ਖੜਦੇ, ਉਹ ਵਿਚਾਰਾ ਹੋ ਸਕਦਾ ਆਪਦਾ ਟਰੱਕ ਵੇਚਦਾ, ਹੋ ਸਕਦਾ ਆਪਦਾ ਘਰ ਵੇਚਦਾ। ਵਪਾਰੀ ਨੇ ਗਲ ਦੇ ਵਿੱਚ ਗੂਠਾ ਦੇ ਕੇ ਰੁਪਈਏ ਲੈਣੇ ਸੀ। ਇਸ ਕਰਕੇ ਸਾਡੇ ਉਹ ਸੂਝਵਾਨ ਪੰਜਾਬੀ ਵੀ ਆ, ਸਲਾਮ ਕਰਦੇ ਇਹਨਾਂ ਨੂੰ, ਧੰਨਵਾਦ ਕਰਦੇ ਇਹਨਾਂ ਦਾ। ਭਾਵਕ ਹੋ ਜਾਈਦਾ ਇਹਨਾਂ ਦੀ ਗੱਲ ਕਰਦੇ ਆ ਵੀ ਜਿਹੜੇ ਆਪਦੀ ਜੇਬ ਦੇ ਵਿੱਚੋਂ ਪੈਸੇ ਦੇ ਕੇ ਉਸ ਸੰਕਟ ਦੇ ਵਿੱਚ ਫਸੇ ਹੋਏ ਇਨਸਾਨ ਨੂੰ ਸੰਕਟ ਚੋਂ ਕੱਢਦੇ ਆ। ਤੇ ਸਾਡੇ ਵਿੱਚੋਂ ਉਹ ਪੰਜਾਬੀ ਆ ਜਿਹੜੇ ਕਿ 100-150 ਰੁਪਏ ਕਿਲੋ ਜਿਹੜਾ ਸੇਬ ਆ ਉਹਦੀ ਖਾਤਰ ਆਪਦਾ ਕਿਰਦਾਰ ਹੀ ਖਤਮ ਕਰ ਲੈਂਦੇ ਆ। ਨੀਤਾਂ ਨੂੰ ਮੁਰਾਦਾਂ ਇਹ ਜ਼ਿੰਦਗੀ ਦੇ ਵਿੱਚ ਕਦੇ ਅਮੀਰ ਵੀ ਨਹੀਂ ਹੋਣੇ, ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਭੁੱਖ ਵੀ ਨਹੀਂ ਮਿਟਣੀ। ਜਿਹੜੇ ਬੰਦੇ ਇਹ ਸੋਚਦੇ ਰਹਿੰਦੇ ਵੀ ਉਹ ਫਸਿਆ ਹੋਵੇ ਤੇ ਉਹਦੀ ਚੀਜ਼ ਚੱਕ ਕੇ ਮੈਂ ਲੈ ਜਾ, ਤੇ ਇਹਨਾਂ ਨੇ ਕਿਹੜੀਆਂ ਪੂਰੀਆਂ ਪੈਣੀਆਂ ਤੇ ਇਹਨਾਂ ਨੇ ਕਿਹੜੇ ਮਹਿਲ ਛੱਤਣੇ ਆ, ਇਹਨਾਂ ਦੇ ਹਾਲ ਇਹੀ ਰਹਿਣੇ ਆ। ਸਾਡੇ ਪੰਜਾਬੀਆਂ ਦੇ ਵਿੱਚ ਉਹ ਲੋਕ ਵੀ ਘੱਟ ਨਹੀਂ ਜਿਹੜੇ ਕਿ ਹਰ ਥਾਂ ਦੇ ਉੱਤੇ ਖੜਦੇ ਆ, ਦੁੱਖ ਦੇ ਮੌਕੇ ਸੁੱਖ ਦੇ ਮੌਕੇ ਖੜਦੇ ਆ, ਸੰਕਟ ਦੇ ਵਿੱਚੋਂ ਆਪਦੇ ਪੰਜਾਬੀ ਭੈਣਾਂ ਵੀਰਾਂ ਨੂੰ ਬਾਹਰ ਕੱਢਦੇ ਆ। ਤੇ ਉਹ ਵੀ ਆ ਜਿਹੜੇ ਕਿ ਵੀਡੀਓ ਬਣਾ ਕੇ ਗੱਲ ਕਹਿੰਦੇ ਆ ਕਿ ਮੇਰਾ ਵੀ ਸਮਾਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਪੈ ਗਿਆ। ਜਿਹੜੇ ਗੱਲ ਕਹਿੰਦੇ ਵੀ ਲਾਈਕ ਸ਼ੇਅਰ ਦੱਬ ਕੇ ਕਰ ਦਿਓ, ਕਮੈਂਟ ਦੱਬ ਕੇ ਕਰ ਦਿਓ, ਆਹ ਦੇਖੋ ਜੀ ਸੰਕਟ ਦੇ ਵਿੱਚ ਫਸਿਆ ਹੋਇਆ ਬੰਦਾ ਤੇ ਬਹੁਤ ਨੁਕਸਾਨ ਹੋ ਗਿਆ ਤੇ ਕੋਈ ਮਦਦ ਨਹੀਂ ਕਰ ਰਿਹਾ। ਭਲਿਓ ਮਾਨਸੋ, ਜਦੋਂ ਤੁਸੀਂ ਆਹ ਗੱਲ ਕਹਿੰਦੇ ਆ ਆਪਦੇ ਕੈਮਰੇ ਨੂੰ ਲਾਓ, ਅੱਗ ਪਰੇ ਕਰ ਦਿਓ ਤੇ ਉਹਨੂੰ ਜਾ ਕੇ ਆਪ ਸੰਕਟ ਦੇ ਵਿੱਚੋਂ ਬਾਹਰ ਕੱਢੋ। ਪਰ ਨਹੀਂ, ਆਪਾਂ ਇਉਂ ਨਹੀਂ ਕਰਦੇ। ਪਰ ਸਾਰੇ ਲੋਕ ਇੱਕੋ ਜਿਹੇ ਨਹੀਂ। ਜਿਹੜੇ ਨੌਜਵਾਨਾਂ ਨੇ ਇਸ ਸੇਬਾਂ ਦੇ ਵਪਾਰੀ ਨੂੰ ਕੋਲਿਓਂ ਪੈਸੇ ਦੇ ਕੇ, ਪੱਲਿਓਂ ਪੈਸੇ ਦੇ ਕੇ ਇਸ ਟਰੱਕ ਡਰਾਈਵਰ ਨੂੰ ਆਰਥਿਕ ਸੰਕਟ ਦੇ ਵਿੱਚੋਂ ਬਾਹਰ ਕੱਢ ਲਿਆ, ਜਿਹੜੇ ਰੱਬ ਬਣ ਬੌੜੇ ਇਸ ਡਰਾਈਵਰ ਦੇ ਲਈ, ਇਹਨਾਂ ਵੀਰਾਂ ਦਾ ਧੰਨਵਾਦ ਆ, ਇਹਨਾਂ ਵੀਰਾਂ ਦਾ ਸ਼ੁਕਰੀਆ। ਵੀਰੋ ਤੁਹਾਡੇ ਕਰਕੇ ਹੀ ਜਾਂ ਤੁਹਾਡੇ ਵਰਗੇ ਸੂਝਵਾਨ ਪੰਜਾਬੀਆਂ ਦੇ ਕਰਕੇ ਹੀ ਜਿਹੜੇ ਕਿ ਦੁੱਖ ਦੀ ਘੜੀ ਦੇ ਵਿੱਚ ਆਪਦੇ ਦੁੱਖ ਨੂੰ ਭੁੱਲ ਕੇ ਦੂਜੇ ਦੇ ਦੁੱਖ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ। ਤੁਹਾਡੇ ਕਰਕੇ ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ ਆ। ਤੁਹਾਡੇ ਕਰਕੇ ਪੰਜਾਬੀਆਂ ਦੀ ਇਮੇਜ ਬਣੀ ਆ। ਤੁਹਾਡੇ ਕਰਕੇ ਹੀ ਪੰਜਾਬੀ ਦੁਨੀਆ ਭਰ ਦੇ ਵਿੱਚ ਇਹਨਾਂ ਉਦਾਹਰਨਾਂ ਦੇ ਕਰਕੇ ਜਾਣੇ ਪਛਾਣੇ ਜਾਂਦੇ ਆ। ਤੇ ਜਿਹੜੀ ਪਹਿਲੀ ਵੱਡੀ ਖਬਰ ਆ ਗੋਲਡੀ ਬਰਾੜ ਨਾਲ ਸੰਬੰਧਿਤ, ਉਹਦੇ ਬਾਬਤ ਜਾਣਕਾਰੀ ਇਹ ਆ ਰਹੀ ਹੈ ਕਿ ਸੂਬੇ ਦੀ ਸਰਕਾਰ ਨੂੰ ਲਗਾਤਾਰ ਘੇਰਾ ਪੈ ਰਿਹਾ, ਹਰ ਪਾਸਿਓਂ ਘੇਰਾ ਪੈ ਰਿਹਾ। ਮੈਂ ਹੈਰਾਨ ਇਸ ਗੱਲ ਦੇ ਉੱਤੇ ਆ ਕਿ ਜੇਕਰ ਮੇਰੇ ਕੋਲੇ ਕੋਈ ਜਾਣਕਾਰੀ ਨਾ ਹੋਵੇ, ਮੈਂ ਇੱਥੇ ਬੈਠਾ ਤੁਹਾਡੇ ਮੂਹਰੇ ਖਬਰਾਂ ਦੀ ਪੇਸ਼ਕਾਰੀ ਕਰ ਰਿਹਾ, ਹੁਣ ਮੇਰੇ ਕੋਲੇ ਕੋਈ ਤੱਥਾਂ ਸਮੇਤ ਜਾਣਕਾਰੀ ਨਾ ਹੋਵੇ ਤਾਂ ਮੈਨੂੰ ਕੀ ਹੱਕ ਆ ਕਿ ਮੈਂ ਤੁਹਾਡੇ ਕੋਲੇ ਆ ਕੇ ਗੱਲ ਕਵਾਂ ਕਿ ਫਲਾਣੀ ਥਾਂ ਤੇ ਆਹ ਹੋ ਗਿਆ, ਫਲਾਣੀ ਥਾਂ ਤੇ ਆਹ ਹੋ ਗਿਆ। ਮੈਨੂੰ ਇਹ ਲੱਗਦਾ ਜੀ ਕਿ ਫਲਾਣੀ ਥਾਂ ਤੇ ਆਹ ਹੋ ਜਾਣਾ, ਇਹ ਮੈਨੂੰ ਲੱਗਦਾ ਇਹ ਮੇਰੀ ਸਮੱਸਿਆ, ਇਹ ਪੂਰੇ ਪੰਜਾਬ ਦੀ, ਪੂਰੇ ਦੇਸ਼ ਦੀ ਸਮੱਸਿਆ ਥੋੜੀ ਆ। ਪਰ ਮੈਂ ਆਪਣੀ ਗੱਲ ਨੂੰ ਤੁਹਾਡੇ ਉੱਤੇ ਜ਼ਬਰਦਸਤੀ ਥੋਪਾਂ, ਇਹਦੀ ਕੋਈ ਤੁਕ ਕੀ ਬਣਦੀ ਹੈ? ਭਗਵੰਤ ਮਾਨ ਸਾਹਿਬ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਕਿ ਗੋਲਡੀ ਬਰਾੜ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ, ਉਹਨੂੰ ਫੜ ਲਿਆ ਗਿਆ, ਉਹਨੂੰ ਅਮਰੀਕਾ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਉਸ ਗੱਲ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਕੀਤੇ ਭਗਵੰਤ ਮਾਨ ਤੇ। ਅਸੀਂ ਚਲੋ ਇਹ ਵੀ ਗੱਲ ਕਹਿ ਦਿੰਦੇ ਆ ਕਿ ਇਹ ਭਗਵੰਤ ਮਾਨ ਤੇ ਬਿਕਰਮ ਸਿੰਘ ਮਜੀਠੀਆ ਸ਼ਰੀਕੇ ਭਾਈਚਾਰੇ ਵਾਲੀਆਂ ਪਾਰਟੀਆਂ, ਇਹ ਇੱਕ ਦੂਜੇ ਦੇ ਉੱਤੇ ਤਵਾ ਲਾਉਂਦੇ ਹੀ ਹੁੰਦੇ ਹਨ, ਚਲੋ ਇਹਨੂੰ ਇਗਨੋਰ ਕਰ ਦਿਓ। ਪਰ ਗੋਲਡੀ ਬਰਾੜ ਦੇ ਵੱਲੋਂ ਸਾਹਮਣੇ ਆ ਕੇ ਜਿਹੜੀ ਇੰਟਰਵਿਊ ਕੀਤੀ ਗਈ ਆ, ਉਹ ਤਾਂ ਇਹ ਗੱਲ ਕਹਿਣਾ ਜੀ ਕਿ ਮੈਂ ਤਾਂ ਹੈ ਹੀ ਨਹੀਂ ਫੜਿਆ ਗਿਆ। ਉਹ ਕਹਿੰਦਾ ਜੀ ਕਿ ਮੈਨੂੰ ਤਾਂ ਕਿਸੇ ਨੇ ਗ੍ਰਿਫਤਾਰ ਕੀਤਾ ਹੀ ਨਹੀਂ ਤੇ ਨਾ ਹੀ ਮੈਂ ਅਮਰੀਕਾ ਵਿੱਚ ਹਾਂ। ਤੇ ਜੇਕਰ ਭਾਈ ਉਹ ਅਮਰੀਕਾ ਦੇ ਵਿੱਚ ਨਹੀਂ
ਤਾਂ ਜਿਹੜਾ ਮੀਡੀਆ ਤੇ ਜਿਹੜੀਆਂ ਸਰਕਾਰਾਂ ਇਹ ਪੇਸ਼ ਕਰ ਰਹੀਆਂ ਕਿ ਉਹ ਅਮਰੀਕਾ ਦੇ ਵਿੱਚ ਵੜ ਗਿਆ, ਰਾਜਸੀ ਸ਼ਰਨ ਲੈਣ ਲੱਗਿਆ, ਕਿਤੇ ਇਹ ਤਾਂ ਨਹੀਂ ਵੀ ਭਾਈ ਇਹ ਹਵਾ ਦੇ ਵਿੱਚ ਇੱਕ ਕਿਰਦਾਰ ਪੈਦਾ ਕੀਤਾ ਗਿਆ। ਬਹੁਤ ਸਾਰੀਆਂ ਗੱਲਾਂ ਉਹਦੇ ਖਾਤੇ ਦੇ ਵਿੱਚ ਪਾਉਣ ਦੇ ਲਈ ਕੀਤੀਆਂ ਜਾ ਰਹੀਆਂ। ਲੋਕਾਂ ਦੇ ਮਨ ਦੇ ਸਵਾਲ ਆ, ਜੇਕਰ ਆਪਾਂ ਇਹ ਗੱਲ ਕਹਿੰਦੇ ਕਿ ਆਪਾਂ ਫੜਾ ਦਿੱਤਾ ਤੇ ਫਿਰ ਲੋਕ ਵੀ ਇਹ ਗੱਲ ਕਹਿੰਦੇ ਵੀ ਕਿਤੇ ਹਵਾ 'ਚ ਗੱਲਾਂ ਤਾਂ ਨਹੀਂ ਹੋ ਰਹੀਆਂ, ਕਿਤੇ ਇਹਦਾ ਨਹੀਂ ਕੋਈ ਪਲਾਂਟ ਕੀਤੀ ਗਈ ਗੱਲ ਆ। ਸੋ ਮੈਨੂੰ ਨਹੀਂ ਪਤਾ ਇਹਦੇ ਵਿਚਲੀ ਕੀ ਸੱਚਾਈ ਆ, ਪਰ ਕਥਿਤ ਤੌਰ ਦੇ ਉੱਤੇ ਜਿਹੜੇ ਵਿਅਕਤੀ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਮੈਂ ਹੀ ਗੋਲਡੀ ਬਰਾੜ ਹਾਂ ਤੇ ਮੈਂ ਹੀ ਫੜਿਆ ਨਹੀਂ ਗਿਆ, ਤੇ ਜੇਕਰ ਉਹਦੀ ਗੱਲ ਮੰਨੀਏ ਤਾਂ ਸਾਰਾ ਕੁਝ ਝੂਠ ਤੂਫਾਨ ਹੀ ਲੱਗਦਾ, ਜੋ ਕਿ ਵੱਖ-ਵੱਖ ਥਾਵਾਂ ਤੋਂ ਰਾਜਨੀਤਿਕ ਤੌਰ ਦੇ ਉੱਤੇ ਵੀ ਤੇ ਮੀਡੀਆ ਦੇ ਵਿੱਚ ਵੀ ਪ੍ਰਾਪਤ ਹੋ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲकांड ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਗੈਂਗਸਟਰ ਗੋਲਡੀ ਬਰਾੜ ਨੇ ਅਮਰੀਕਾ ਦੇ ਵਿੱਚ ਆਪਣੀ ਗ੍ਰਿਫਤਾਰੀ ਤੋਂ ਇਨਕਾਰ ਕਰ ਦਿੱਤਾ ਹੈ। ਗੈਂਗਸਟਰ ਗੋਲਡੀ ਬਰਾੜ ਦਾ ਕਥਿਤ ਇੰਟਰਵਿਊ ਸੋਮਵਾਰ ਨੂੰ ਆਨਲਾਈਨ ਸਾਹਮਣੇ ਆਇਆ, ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ ਉਹ ਨਾ ਤਾਂ ਫੜਿਆ ਗਿਆ ਤੇ ਨਾ ਹੀ ਉਹ ਅਮਰੀਕਾ ਦੇ ਵਿੱਚ ਹੈ। ਗੋਲਡੀ ਬਰਾੜ ਨੇ ਕਥਿਤ ਤੌਰ ਦੇ ਉੱਤੇ ਇਹ ਦਾਅਵਾ ਇਹੋ ਜਿਹੇ ਸਮੇਂ ਕੀਤਾ ਜਦੋਂ ਕੁਝ ਦਿਨ ਪਹਿਲਾਂ ਹੀ ਖੁਫੀਆ ਏਜੰਸੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਦੇ ਵਿੱਚ ਹਿਰਾਸਤ 'ਚ ਲੈਣ ਦਾ ਦਾਅਵਾ ਕੀਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ 2 ਦਸੰਬਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਕਥਿਤ ਮਾਸਟਰਮਾਈਂਡ ਨੂੰ ਪੁਲਿਸ ਨੇ ਕੈਲੀਫੋਰਨੀਆ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਸ ਨੂੰ ਯਕੀਨਨ ਭਾਰਤ ਲਿਆਂਦਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਸੀ ਕਿ ਗੋਲਡੀ ਬਰਾੜ ਬਹੁਤ ਜਲਦ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੋਵੇਗਾ। ਗੈਂਗਸਟਰ ਗੋਲਡੀ ਬਰਾੜ ਨੇ YouTube ਦੇ ਉੱਤੇ ਇੱਕ ਇੰਟਰਵਿਊ ਦੇ ਵਿੱਚ ਇਹਨਾਂ ਦਾਅਵਿਆਂ ਤੋਂ ਇਨਕਾਰ ਕੀਤਾ। ਇੰਟਰਵਿਊ ਦੀ ਸੱਚਾਈ ਦੀ ਪੁਸ਼ਟੀ ਬੇਸ਼ੱਕ ਪੂਰੀ ਤਰ੍ਹਾਂ ਨਹੀਂ ਹੋਈ, ਪਰ ਜਿਸ ਤਰੀਕੇ ਦੇ ਨਾਲ ਇਸ ਇੰਟਰਵਿਊ ਦੇ ਉੱਤੇ ਹੁਣ ਚਰਚਾ ਛਿੜੀ ਹੈ, ਉਸ ਤੋਂ ਬਾਅਦ ਸੂਬੇ ਦੀ ਸਰਕਾਰ ਨੂੰ ਸ਼ਰੀਕਾਂ ਦੇ ਵੱਲੋਂ ਘੇਰਾ ਪਾਉਣ ਦਾ ਸਿਲਸਿਲਾ ਹੋਰ ਤੇਜ਼ ਕਰ ਦਿੱਤਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਬਹੁਤ ਨਾਜ਼ੁਕ ਮੁੱਦੇ ਆ। ਇਹ ਜ਼ਿੰਦਗੀ ਦੇ ਨਾਲ, ਇਨਸਾਫ ਦੇ ਨਾਲ ਜੁੜੇ ਹੋਏ ਮੁੱਦੇ ਆ। ਇਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਮੇਰਾ ਨਿੱਜੀ ਤੌਰ ਤੇ ਖਿਆਲ ਆ। ਕੋਈ ਇੱਕ ਪਾਰਟੀ ਦੂਜੀ ਨੂੰ ਕੁਛ ਕਵੇ, ਦੂਜੀ ਤੀਜੀ ਨੂੰ ਕੁਛ ਕਵੇ, ਇਦਾਂ ਨਹੀਂ ਹੋਣਾ ਚਾਹੀਦਾ। ਕਿਉਂਕਿ ਜਦੋਂ ਜ਼ਿੰਦਗੀ ਦਾ ਮੁੱਦਾ ਹੋਵੇ, ਬੰਦੇ ਦੀ ਜ਼ਿੰਦਗੀ ਖਤਮ ਹੋਈ ਹੋਵੇ, ਇੱਕ ਨਹੀਂ ਕਈ ਜ਼ਿੰਦਗੀਆਂ ਖਤਮ ਹੋਈਆਂ ਹੋਣ, ਤਾਂ ਰਾਜਨੀਤਿਕ ਲੋਕਾਂ ਨੂੰ ਇਹਨਾਂ ਮੁੱਦਿਆਂ ਦਾ ਸਿਹਰਾ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜੋ ਪੰਜਾਬ ਦੀ ਸਰਕਾਰ ਆ, ਇਹਦੇ ਨਾਲ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਜੁੜੀਆਂ, ਪਰ ਪੰਜਾਬ ਦੀ ਸਰਕਾਰ ਦੇ ਨਾਲ ਇੱਕ ਨਾ ਪੱਖੀ ਗੱਲ ਇਹ ਵੀ ਜੁੜੀ ਆ ਕਿ ਬਹੁਤ ਜਲਦ ਇਹਨਾਂ ਦੇ ਵੱਲੋਂ ਕੋਈ ਫੈਸਲਾ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਜਦੋਂ ਚਾਰੇ ਪਾਸੇ ਆਲੋਚਨਾ ਹੁੰਦੀ ਹੈ ਤਾਂ ਫਿਰ ਇਹ ਆਪਣੇ ਪੈਰ ਪਛਾਣ ਨੂੰ ਵੀ ਖਿੱਚ ਲੈਂਦੇ। ਇੱਕ ਵਾਰ ਨਹੀਂ, ਬਹੁਤ ਵਾਰ ਇਹ ਗੱਲ ਹੋਈ ਆ। ਸੋ ਇਸ ਵੇਲੇ ਸੂਬੇ ਦੀ ਸਰਕਾਰ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਜੀ ਕਿ ਅਸੀਂ ਗੋਲਡੀ ਬਰਾੜ ਦੇ ਮੁੱਦੇ ਦੇ ਉੱਤੇ ਆਖੀਏ ਕੀ, ਕਿਉਂਕਿ ਪਹਿਲਾਂ ਤਾਂ ਆਪ ਹੀ ਇਹ ਗੱਲ ਕਹੀ ਕਿ ਪੰਜਾਬ ਲਿਆਂਦਾ ਜਾਊਗਾ, ਆਪ ਹੀ ਇਹ ਗੱਲ ਕਹੀ ਕਿ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਆਪ ਹੀ ਇਹ ਗੱਲ ਕਹੀ ਕਿ ਅਸੀਂ ਮਿਹਨਤ ਬਹੁਤ ਕੀਤੀ ਹੈ, ਤੇ ਹੁਣ ਇਸ ਗੱਲ ਦੇ ਉੱਤੇ ਮਿੱਟੀ ਪੈ ਰਹੀ ਹੈ ਤੇ ਹੁਣ ਇਸ ਗੱਲ ਦੀ ਸੱਚਾਈ ਸਾਹਮਣੇ ਨਹੀਂ ਆ ਰਹੀ, ਜਿਹਦੇ ਕਰਕੇ ਵਿਰੋਧੀ ਵੀ ਇਹ ਗੱਲ ਕਹਿੰਦੇ ਆ ਵੀ ਕਿਹੜੀਆਂ ਸਿੱਖਾਂ ਦੇ ਪਿੱਛੇ ਕਿਹਨੇ ਗ੍ਰਿਫਤਾਰ ਕੀਤਾ, ਕਿੱਥੇ ਗ੍ਰਿਫਤਾਰ ਕੀਤਾ ਗੋਲਡੀ ਨੂੰ। ਇਹਦੇ ਬਾਬਤ ਭਗਵੰਤ ਮਾਨ ਸਾਹਿਬ ਜਾਣਕਾਰੀ ਦੇਣ, ਪਰ ਜਾਣਕਾਰੀ ਹਾਲੇ ਤੱਕ ਮੁਕੰਮਲ ਉਹਨਾਂ ਦੇ ਵੱਲੋਂ ਦਿੱਤੀ ਨਹੀਂ ਗਈ। ਸੋ ਬੇਨਤੀ ਇਹ ਜੀ ਕਿ ਜਿਹੜੇ ਵੀ ਗੈਂਗਸਟਰ ਆ ਉਹਨਾਂ ਦੇ ਖਿਲਾਫ ਬਣਦੀ ਸਰਦੀ ਕਾਰਵਾਈ ਹੋਵੇ, ਪਰ ਜਿੰਨੀ ਕਿ ਜਾਣਕਾਰੀ ਹੋਵੇ ਉਨੀ ਕੀ ਪੇਸ਼ ਕੀਤੀ ਜਾਵੇ। ਤੇ ਮੇਰੀ ਆਪਣੇ ਭਾਈਚਾਰੇ ਨੂੰ, ਯਾਨੀ ਕਿ ਪੱਤਰਕਾਰ ਭਾਈਚਾਰੇ ਦੇ ਉਸ ਹਿੱਸੇ ਨੂੰ ਵੀ ਬੇਨਤੀ ਹੈ ਜਿਹੜੇ ਕਿ ਕਵਰੇਜ ਕਰਦੇ ਇੱਕ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੇ ਨਿੱਜੀ ਕਮਰੇ ਤੱਕ ਪਹੁੰਚ ਜਾਂਦੇ ਆ, ਜਿਹੜੇ ਕਿ ਕਿਸੇ ਵੀ ਥਾਂ ਦੇ ਉੱਤੇ ਝਟਕਾਰਾ ਲੈਣ ਵਾਸਤੇ ਪਹੁੰਚ ਜਾਂਦੇ ਆ। ਉਹਨਾਂ ਨੂੰ ਬੇਨਤੀ ਹੈ ਜੀ ਕਿ ਜਿੰਨੀ ਕਿ ਤੁਹਾਡੇ ਕੋਲੇ ਜਾਣਕਾਰੀ ਹੁੰਦੀ ਆ ਉਨੀ ਕਿ ਸਾਂਝੀ ਕਰਿਆ ਕਰੋ। ਉਹਨਾਂ ਨੂੰ ਬੇਨਤੀ ਹੈ ਵੀ ਜੇਕਰ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਆਪਾਂ ਹਿਰਾਸਤ ਦਾ ਕਾਰਨ ਵੀ ਦੱਸੀਏ। ਆਪਾਂ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ 'ਚ ਫੜਿਆ ਗਿਆ ਇਹ ਗੱਲ ਕਹਿਣੀ ਬੰਦ ਕਰਕੇ ਹੁਣ ਉਹਦੇ ਵੱਲੋਂ ਮੈਂ ਨਹੀਂ ਇਸ ਗੱਲ ਕਹਿੰਦਾ ਕਿ ਜਿਹਨੇ ਇੰਟਰਵਿਊ ਦਿੱਤੀ ਹੈ ਗੋਲਡੀ ਬਰਾੜ ਹੀ ਹੈ। ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ, ਕੀ ਪਤਾ ਕੋਈ ਬੰਦਾ ਨਾਂ ਬਦਲ ਕੇ ਵੀ ਗੱਲਬਾਤ ਕਰ ਰਿਹਾ ਹੋਵੇ, ਕਿਉਂਕਿ ਉਹ ਕਿਹੜਾ ਸਾਹਮਣੇ ਆ ਰਹੀ ਹੈ ਤਸਵੀਰ, ਉਹਦੀ ਆਵਾਜ਼ ਆ, ਆਵਾਜ਼ ਦੇ ਬਾਰੇ ਆਪਾਂ ਕੀ ਯਕੀਨ ਕਰ ਸਕਦੇ ਹਾਂ। ਪਰ ਕਥਿਤ ਤੌਰ ਦੇ ਉੱਤੇ ਜਦੋਂ ਇਹੋ ਜਿਹੀਆਂ ਇੰਟਰਵਿਊ, ਇਹੋ ਜਿਹੀਆਂ ਖਬਰਾਂ ਆਉਂਦੀਆਂ ਤਾਂ ਉਹਨਾਂ ਲੋਕਾਂ ਦੇ ਉੱਤੇ ਸਵਾਲ ਖੜੇ ਕਰ ਜਾਂਦੀਆਂ ਜਿਹੜੇ ਕਿ ਵੱਡੇ ਵੱਡੇ ਦਾਅਵੇ ਕਰਦੇ ਕਿ ਅਸੀਂ ਆਹ ਕਰ ਦਿੱਤਾ, ਅਸੀਂ ਐਂ ਕਰ ਦਿੱਤਾ, ਅਸੀਂ ਆਹ ਕਰ ਦਿਆਂਗੇ। ਸਿੱਧੂ ਮੂਸੇਵਾਲਾ ਤੇ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰਕ ਮੈਂਬਰਾਂ ਦੀ ਪੀੜ ਨੂੰ ਸਮਝ ਗਏ। ਉਹ ਕਿਹੜੀ ਪੀੜ ਦੇ ਵਿੱਚੋਂ ਗੁਜ਼ਰ ਰਹੇ, ਗੱਲ ਇਹ ਆ ਤੁਹਾਡੇ ਜਾਂ ਸਾਡੇ ਟੱਬਰ ਦੇ ਵਿੱਚੋਂ ਕਿਸੇ ਦਾ ਕਤਲ ਹੋ ਜਾਂਦਾ, ਪੀੜ ਜਿਨ੍ਹਾਂ ਦਾ ਗਿਆ ਉਹਨਾਂ ਨੂੰ ਹੁੰਦੀ ਆ। ਬਾਕੀਆਂ ਦੇ ਲਈ ਤਾਂ ਚਲੋ ਇਹ ਵੀ ਇਹਦੀ ਛੁਰਲੀ ਛੱਡਤੀ, ਇੱਧਰੋਂ ਛੁਰਲੀ ਛੱਡਤੀ, ਸਾਡੀ ਇੱਧਰੋਂ ਛੁਰਲੀ ਛੱਡਤੀ, ਕਿਉਂਕਿ ਅੱਜ ਕੱਲ੍ਹ ਫੇਸਬੁੱਕ ਤੇ WhatsApp ਯੂਨੀਵਰਸਿਟੀਆਂ ਚੱਲਦੀਆਂ। ਅਸੀਂ ਕਿਹੜਾ ਕੇਸ ਦੀ ਗੰਭੀਰਤਾ ਦੇ ਵੱਲ ਜਾਂਦੇ ਆ, ਜਾਂ ਅਸੀਂ ਬਹੁਤ ਕਿਤਾਬਾਂ ਦੇ ਪੜ੍ਹੇ ਆ ਵੀ ਸਾਨੂੰ ਕੋਈ ਗਿਆਨ ਹੀ ਨਾ ਹੋਊਗਾ, ਕਿਉਂਕਿ ਅੱਜ ਕੱਲ੍ਹ ਤਾਂ 4 ਪੋਸਟਾਂ ਪੜ੍ਹੋ ਆਪਾਂ ਕਹਿੰਦੇ ਨੇ ਵੀ ਇਦਾਂ ਹੀ ਹੋਊਗਾ, 5ਵੀਂ ਆਪ ਲਿਖ ਦਿੰਦੇ ਆ ਵੀ ਭਾਈ ਮੈਂ ਵੀ ਇਤਿਹਾਸ ਸਿਰਜਤਾ, 5 ਪੋਸਟਾਂ ਪੜ੍ਹੋ 6ਵੀਂ ਆਪ ਪੋਸਟ ਲਿਖ ਦਿਓ ਕਿ ਜੀ ਮੈਂ ਇਤਿਹਾਸ ਸਿਰਜਤਾ। ਇੱਦਾਂ ਦੀਆਂ ਗੱਲਾਂ ਸ਼ੋਭਦੀਆਂ ਨਹੀਂ। ਅਸੀਂ ਸੂਝਵਾਨ ਪੰਜਾਬੀ ਆ, ਸਾਡਾ ਸੂਝਵਾਨ ਮੀਡੀਆ ਬਹੁਤ ਸਾਰੇ ਚੰਗੇ ਕੰਮ ਵੀ ਕਰਦਾ, ਪਰ ਆਪਾਂ ਨੂੰ ਸਿਰਫ ਤੇ ਸਿਰਫ ਕਾਲੀ ਦੇ ਵਿੱਚ ਐਕਸਕਲੂਸਿਵ ਮੇਰੀ ਹੀ ਖਬਰ ਹੈ, ਇਹਨਾਂ ਗੱਲਾਂ ਤੋਂ ਵੀ ਗਰੇਜ਼ ਕਰਨਾ ਚਾਹੀਦਾ। ਇਹ ਗੱਲਾਂ ਭਰੋਸੇਯੋਗਤਾ ਨੂੰ ਬਹੁਤ ਵੱਡੀ ਸੱਟ ਮਾਰਦੀਆਂ। ਗੁਰਸਿਮਰਤ ਸਿੰਘ ਮੰਡ ਦੇ ਵੱਲੋਂ ਕਲਪ ਕੇ ਕਈ ਗੱਲਾਂ ਕਹੀਆਂ ਗਈਆਂ। ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ, ਅੱਜ ਵੀ ਬੇਨਤੀ ਕਰਦਾ ਕਿ ਜ਼ਿੰਦਗੀ ਸਭ ਦੀ ਸੁਰੱਖਿਅਤ ਰਵੇ ਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਪਰ ਅਸੀਂ ਬੋਲਣ ਦੀ
ਤੇ ਯਬਲੀਆਂ ਦੀ ਆਜ਼ਾਦੀ ਦੇ ਵਿੱਚ ਫਰਕ ਸਮਝ ਕੇ ਸਾਨੂੰ ਯਬਲੀਆਂ ਮਾਰਨ ਦੀ ਆਜ਼ਾਦੀ ਨਹੀਂ ਆ, ਸਾਨੂੰ ਬੋਲਣ ਦੀ ਆਜ਼ਾਦੀ ਹੈ। ਪਰ ਜਦੋਂ ਅਸੀਂ ਬੋਲਣ ਦੀ ਆਜ਼ਾਦੀ ਦੀ ਗੱਲ ਕਰਦੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਹੜੇ ਮੌਕੇ ਤੇ ਕੀ ਬੋਲਣਾ, ਕਦੋਂ ਅਸੀਂ ਕੀ ਨਹੀਂ ਬੋਲਣਾ, ਅਸੀਂ ਤਰਕ ਨਾਲ ਗੱਲ ਕਿਵੇਂ ਕਰਨੀ ਹੈ, ਤਹਿਜ਼ੀਬ ਨਾਲ ਗੱਲ ਕਿਵੇਂ ਕਰਨੀ ਹੈ, ਮਰਿਆਦਾ ਵਿੱਚ ਕਿਵੇਂ ਰਹਿਣਾ, ਸੱਭਿਅਕ ਕਿਵੇਂ ਰਹਿਣਾ। ਸਭ ਤੋਂ ਵੱਡੀ ਗੱਲ ਆ ਸਾਡੇ ਲਈ ਸੱਭਿਅਕ ਕਿਵੇਂ ਰਹਿਣਾ। ਅਸੀਂ ਸੱਭਿਅਕ ਘੱਟ ਆ ਜਾਂ ਸਾਡੇ ਵਿੱਚੋਂ ਕੁਝ ਕੁ ਲੋਕ ਸੱਭਿਅਕ ਘੱਟ ਆਪਾਂ ਇਹ ਵੀ ਗੱਲ ਮੰਨ ਲਈਏ, ਅਸੀਂ ਹੋਛੀ ਬਿਰਤੀ ਦੇ ਮਾਲਕ ਬਣ ਗਏ ਆ। ਉਹਦੇ ਬਾਰੇ ਵੀ ਮਾੜਾ ਕਹਿ ਦਿਓ, ਉਹਦੇ ਬਾਰੇ ਵੀ ਮਾੜਾ ਕਹਿ ਦਈਏ, ਤੇ ਬਾਅਦ ਦੇ ਵਿੱਚ ਜਿਹੋ ਜਿਹੇ ਮਰਨ ਵਾਲੇ ਉਹੋ ਜਿਹੇ ਫੂਕਣ ਵਾਲੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੇ ਪ੍ਰਸ਼ੰਸਕ ਹੁੰਦੇ, ਉਹ ਵੀ ਕਹਿੰਦੇ ਵੈਰੀ ਨਾਈਸ, ਇਹ ਬੰਦਾ ਗਾਲਾਂ ਬਹੁਤ ਸੋਹਣੀਆਂ ਕੱਢਦਾ। ਮੈਨੂੰ ਇੱਕ ਦਿਨ ਇੱਕ ਸੱਜਣ ਮਿਲਿਆ, ਮੈਨੂੰ ਕਹਿੰਦਾ ਜੀ ਤੁਹਾਨੂੰ ਨਹੀਂ ਪਤਾ ਵੀ ਮੈਂ ਬੜੀ ਦਲੇਰੀ ਨਾਲ ਇੱਕ ਬੰਦੇ ਨੂੰ ਬੜੀਆਂ ਗਾਲਾਂ ਕੱਢੀਆਂ। ਤੇ ਮੈਂ ਕਿਹਾ ਵੀ ਇਹ 'ਚ ਦਲੇਰੀ ਥੋੜੀ, ਤਾਂ ਬਾਂਦਰਪੁਣਾ ਤੇਰਾ, ਇਹ ਤਾਂ ਮੂਰਖਤਾ ਤੇਰੀ, ਇਹਨੂੰ ਤੂੰ ਦਲੇਰੀ ਕਿਉਂ ਸਮਝਦਾ? ਕਿਹੜੀ ਸੂਰਮਗਤੀ ਆ? ਕਿਹੜਾ ਤੂੰ ਜਿਹੜਾ ਚੀਨ ਦੇ ਜਿਹੜੇ ਆ ਫੌਜੀ ਉਹ ਸਾਡੇ ਦੇਸ਼ ਦੇ ਵਿੱਚ ਵੜ ਰਹੇ ਸੀ ਤੇ ਗਾਲਾਂ ਕੱਢ ਕੱਢ ਕੇ ਭਜਾਤੇ, ਤੂੰ ਕੀ ਇਹੋ ਜਿਹਾ ਕੀਤਾ? ਤੂੰ ਕਿਹੜਾ ਮਾਰਕਾ ਮਾਰਿਆ? ਤੂੰ ਗੁਰੂ ਨਾਨਕ ਸਾਹਿਬ ਦਾ ਦੋਖੀ ਆ। ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਤੂੰ ਭੈਣਾਂ ਦੀਆਂ ਗਾਲਾਂ ਕੱਢ ਕੱਢ ਕੇ ਕਹਿਣਾ ਵੀ ਮੈਨੂੰ ਬਹੁਤ ਵੱਡਾ ਪੁਰਸਕਾਰ ਮਿਲ ਗਿਆ। ਅਕਲ ਹੋਣੀ ਚਾਹੀਦੀ ਆ। ਜਿਹੜੇ ਵੀ ਲੋਕ ਤੁਹਾਡੇ ਆਲੇ ਦੁਆਲੇ ਫੁਕ ਰਹੇ ਆ, ਜਿਨ੍ਹਾਂ ਦੇ ਸ਼ਬਦਾਂ ਦੇ ਵਿੱਚ ਫੁਕਰਪੰਥੀ ਆ, ਉਹਨਾਂ ਨੂੰ ਪਛਾਣੋ ਤੇ ਦੂਰ ਕਰੋ ਤੇ ਲਾਹਨਤ ਜ਼ਰੂਰ ਪਾਇਆ ਕਰੋ ਵੀ ਯਾਰ ਮਨੁੱਖ ਬਣਨ ਦੀ ਕੋਸ਼ਿਸ਼ ਕਰ। ਬਹੁਤ ਵੱਡਾ ਤੂੰ ਕੋਈ ਬਹੁਤ ਕਮਾਲ ਦੀ ਗੱਲ ਕਰਨ ਵਾਲਾ ਹੈ ਨਹੀਂਗਾ। ਥੋੜੀ ਜੀ ਇਸ ਗੱਲ ਦੇ ਵੱਲ ਵੀ ਗੌਰ ਕਰਨ ਦੀ ਜ਼ਰੂਰਤ ਹੈ। ਪਰ ਗੁਰਸਿਮਰਨ ਮੰਡ ਹੋਰਾਂ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ, ਉਸ ਬੰਦੇ ਨੇ ਬਹੁਤ ਵਾਰ ਊਟ ਪਟਾਂਗ ਵੀ ਬੋਲਿਆ, ਬੜੀ ਵਾਰ ਕੌੜਾ ਵੀ ਬੋਲਿਆ। ਸਾਨੂੰ ਪਤਾ ਵੀ ਪੰਜਾਬ ਦਾ ਮਾਹੌਲ ਸਮੇਂ-ਸਮੇਂ ਤੇ ਵਿਗੜਿਆ, ਪਰ ਕਿਸੇ ਵੀ ਬੰਦੇ ਨੂੰ ਇਹ ਹੱਕ ਨਹੀਂ ਕਿ ਅਸੀਂ ਕੌੜੀ ਗੱਲ ਕਰੀਏ। ਕਿਸੇ ਵੀ ਬੰਦੇ ਨੂੰ ਇਸ ਗੱਲ ਦਾ ਹੱਕ ਨਹੀਂ ਕਿ ਅਸੀਂ ਇਹੋ ਜਿਹੀ ਨਫ਼ਰਤੀ ਗੱਲ ਕਰੀਏ ਵੀ ਦੂਜਾ ਭਾਈਚਾਰਾ ਵਿੰਨਿਆ ਜਾਵੇ। ਗੁਰਸਿਮਰਨ ਮੰਡ ਹੋਰੀ ਚੜ੍ਹਦੀ ਕਲਾ 'ਚ ਰਹਿਣ, ਬਾਕੀਆਂ ਦੀ ਵੀ ਅਸੀਂ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ। ਪਰ ਭਾਈ ਆਪਦੇ ਬੋਲਾਂ ਤੇ ਵੀ ਕਾਬੂ ਰੱਖੋ। ਜਦੋਂ ਅਸੀਂ ਵਾਲ ਪਟਦੇ ਸਾਹਮਣੇ ਆਉਂਦੇ ਆ ਕਿ ਐਂ ਕਰ ਦਿਆਂਗੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਉਦੋਂ ਫਿਰ ਅਸੀਂ ਇਹ ਗੱਲ ਕਿਉਂ ਨਹੀਂ ਸੋਚਦੇ ਵੀ ਕੱਲ੍ਹ ਨੂੰ ਜੇਕਰ ਕੋਈ ਅਣਸੁਖਾਵੀਂ ਗੱਲ ਵਾਪਰਦੀ ਹੈ ਤਾਂ ਸਾਡੇ ਟੱਬਰ ਦੇ ਉੱਤੇ ਕਿਹੋ ਜਿਹੀ ਭੀੜ ਆਉਂਦੀ ਆ। ਫਿਰ ਅਸੀਂ ਕਹਿੰਦੇ ਸਾਨੂੰ ਗਨਮੈਨ ਦੇ ਦਿਓ। ਤੇ ਗਨਮੈਨ ਜਦੋਂ ਅਸੀਂ ਮੰਗਦੇ ਹਾਂ ਤੇ ਉਦੋਂ ਇਹ ਵੀ ਸੋਚ ਕੇ ਵੀ ਭਾਈ ਅਸੀਂ ਗਨਮੈਨਾਂ ਵਾਲਾ ਕੰਮ ਕਿਹੜਾ ਕੀਤਾ, ਸਮਾਜ ਲਈ ਕੰਮ ਕਿਹੜਾ ਕੀਤਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਅਖਿਲ ਭਾਰਤੀ ਕਾਂਗਰਸ ਕਮੇਟੀ ਕਿਸਾਨ ਕਾਂਗਰਸ ਦੇ ਗੁਰਸਿਮਰਨ ਸਿੰਘ ਮੰਡ ਨੂੰ ਪੁਲਿਸ ਨੇ ਉਹਨਾਂ ਦੇ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ। ਲਗਾਤਾਰ ਗੈਂਗਸਟਰਾਂ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਮੰਡ ਨੂੰ ਨਜ਼ਰਬੰਦ ਕੀਤਾ ਗਿਆ। ਮੰਡ ਗੈਂਗਸਟਰਾਂ ਤੇ ਖਾਲਿਸਤਾਨੀਆਂ ਦੇ ਟਾਰਗੇਟ ਦੇ ਉੱਤੇ ਹੈ। ਮੰਡ ਗੈਂਗਸਟਰਾਂ ਦੇ ਇਸ ਵੇਲੇ ਟਾਰਗੇਟ ਦੇ ਉੱਤੇ ਚੱਲ ਰਿਹਾ। ਇਸ ਕਰਕੇ ਪੁਲਿਸ ਵੱਲੋਂ ਮੰਡ ਨੂੰ ਸੁਰੱਖਿਆ ਦਿੰਦੇ ਹੋਏ ਉਸ ਦੇ ਘਰ ਦੇ ਬਾਹਰ ਬੈਰੀਕੇਡਿੰਗ ਕਰਵਾਈ ਗਈ ਹੈ ਤੇ ਘਰ ਦੀਆਂ ਕੰਧਾਂ ਦੇ ਉੱਤੇ ਕੱਚ ਵੀ ਲਵਾਇਆ ਗਿਆ। ਘਰ ਦੀ ਸੁਰੱਖਿਆ 3 ਲੇਅਰ ਬਣਾਈ ਗਈ ਹੈ। ਇਸ ਦਰਮਿਆਨ ਗੁਰਸਿਮਰਨ ਮੰਡ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ 1 ਮਹੀਨੇ ਤੋਂ ਉਸ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ, ਉਹ ਕਿਤੇ ਵੀ ਜਾ ਆ ਨਹੀਂ ਰਿਹਾ। ਇੱਥੇ ਵੀ ਦੱਸਣਾ ਬਣਦਾ ਹੈ ਕਿ ਗੁਰਸਿਮਰਨ ਮੰਡ ਲਗਾਤਾਰ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਘਰ ਦੇ ਵਿੱਚ ਬੰਦ ਹੋਣ ਕਰਕੇ ਉਸ ਦੀ ਆਰਥਿਕ ਸਥਿਤੀ ਵਿਗੜ ਚੁੱਕੀ ਆ। ਉਹਨੇ ਕਿਹਾ ਜੀ ਕਿ ਮੈਂ ਕੋਈ ਕੰਮਕਾਜ ਨਹੀਂ ਕਰ ਰਿਹਾ। ਮੰਡ ਨੇ ਕਿਹਾ ਕਿ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਕੰਮਕਾਜ ਤਾਂ ਕਰਨਾ ਹੈ, ਪਰ ਪਿਛਲੇ 1 ਮਹੀਨੇ ਤੋਂ ਮੈਂ ਘਰ ਦੇ ਵਿੱਚ ਬੰਦ ਹਾਂ, ਜਿਹਦੇ ਕਰਕੇ ਬੇਹੱਦ ਪਰੇਸ਼ਾਨ ਹਾਂ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੁਲਿਸ ਦੇ ਇੱਕ ਸੀਨੀਅਰ ਮਹਿਲਾ ਅਧਿਕਾਰੀ ਦੇ ਨਾਲ ਮੈਂ ਗੱਲਬਾਤ ਵੀ ਕੀਤੀ, ਪਰ ਮੇਰੀ ਫਿਰ ਵੀ ਮਸਲੇ ਦਾ ਹੱਲ ਨਹੀਂ ਹੋ ਰਿਹਾ। ਬਾਕੀ ਪੁਲਿਸ ਪ੍ਰਸ਼ਾਸਨ ਨੂੰ ਜੇ ਉਹ ਫੋਨ ਕਰਦਾ ਤਾਂ ਕੋਈ ਅਧਿਕਾਰੀ ਮੇਰਾ ਫੋਨ ਵੀ ਨਹੀਂ ਚੱਕ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਗੁਰਸਿਮਰਨ ਮੰਡ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਵਿਵਾਦ ਸਹੇੜੇ ਗਏ ਆ। ਮੈਨੂੰ ਕਦੇ-ਕਦੇ ਹਾਸਾ ਵੀ ਆਉਂਦਾ ਜਦੋਂ ਉਹ ਬੁੱਤ ਆਪਣੀ ਪੱਗ ਦੇ ਨਾਲ ਲਾ ਕੇ ਸਾਫ਼ ਕਰਦਾ, ਤੇ ਦੁੱਖ ਵੀ ਹੁੰਦਾ ਇਸ ਗੱਲ ਦੇ ਉੱਤੇ ਵੀ ਯਾਰ ਅਸੀਂ ਦਸਤਾਰ ਦੀ ਕਦਰ ਨਹੀਂ ਕਰਦੇਗੇ। ਅਸੀਂ ਉਹ ਪੰਜਾਬੀ ਆ ਜਿਹੜੇ ਦਸਤਾਰ ਦੀ ਖਾਤਰ ਜਾਨ ਵੀ ਦਿੰਦੇ ਆ, ਪਰ ਸਾਡੇ ਵਿੱਚੋਂ ਕਈ ਪੰਜਾਬੀ ਕਚੋਰੀਆਂ ਦੇ ਪਿੱਛੇ ਪੱਗਾਂ ਲਾ ਵੀ ਦਿੰਦੇ ਆ। ਸਾਡੇ ਵਿੱਚੋਂ ਕਈ ਪੰਜਾਬੀ ਦਸਤਾਰ ਸਜਾਈ ਹੋਣ ਦੇ ਬਾਵਜੂਦ, ਪਰਨਾ ਬੰਨਿਆ ਹੋਣ ਦੇ ਬਾਵਜੂਦ ਤੇ ਉਹ ਜੀ ਸੇਬਾਂ ਦੀਆਂ ਪੇਟੀਆਂ ਵੀ ਚੱਕ ਲੈਂਦੇ ਆ। ਸਾਡੇ ਵਿੱਚੋਂ ਕਈ ਪੰਜਾਬੀ ਜਿਹੜੇ ਉਹ ਬੁੱਤ ਵੀ ਸਾਫ਼ ਕਰਨ ਲੱਗ ਜਾਂਦੇ ਦਸਤਾਰ ਦੇ ਨਾਲ। ਅਸੀਂ ਦਸਤਾਰ ਦੀ ਮਹਾਨਤਾ ਨੂੰ ਜਾਣਦੇ ਪਛਾਣਦੇ ਘੱਟ ਆ। ਉਸ ਤੋਂ ਅਗਲੀ ਗੱਲ ਇਹ ਵੀ ਗੁਰਸਿਮਰਨ ਮੰਡ ਹੁਣ ਕਿਉਂਕਿ ਘਰ ਦੇ ਵਿੱਚ ਨਜ਼ਰਬੰਦ ਆ, ਪੁਲਿਸ ਦਾ ਕਹਿਣਾ ਜੀ ਕਿ ਜਾਨ ਨੂੰ ਖਤਰਾ। ਉਹ ਕਹਿੰਦਾ ਜਾਨ ਵੈਸੇ ਵੀ ਨੁਕਸਾਨੀ ਜਾਣੀ ਹੈ ਜੇਕਰ ਘਰ ਦੇ ਵਿੱਚ ਕੋਈ ਰੋਟੀ ਪਾਣੀ ਦਾ ਪ੍ਰਬੰਧ ਨਾ ਹੋਇਆ। ਤੇ ਹੁਣ ਪੁਲਿਸ ਇਸ ਮਾਮਲੇ ਤੇ ਕੀ ਕੰਮ ਕਰਦੀ ਹੈ ਇਹ ਵਕਤ ਦੱਸੂਗਾ, ਪਰ ਉਹਦੇ ਬਚਾਅ ਦੀ ਖਾਤਰ ਹੀ ਇਹ ਸਾਰਾ ਕੁਝ ਕੀਤਾ ਗਿਆ। ਤੇ ਮੇਰੀ ਸਾਰੇ ਹੀ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਜਥੇਬੰਦੀਆਂ ਦੇ ਨੇਤਾਵਾਂ ਨੂੰ ਬੇਨਤੀ ਆ, ਕੌੜੇ ਬੋਲ ਬੋਲਣੇ ਬੰਦ ਕਰੋ। ਤੁਹਾਡੀ ਉਮਰ ਲੰਮੀ ਹੋਵੇ ਇਹਦੀ ਅਸੀਂ ਕਾਮਨਾ ਕਰਦੇ ਆ, ਪਰ ਤੁਸੀਂ ਕੁੜੱਤਣ ਵੰਡਣੀ ਬੰਦ ਕਰੋ, ਕੁੜੱਤਣ ਪੈਦਾ ਕਰਨੀ ਬੰਦ ਕਰੋ। ਕਿਉਂਕਿ ਜਦੋਂ ਤੁਸੀਂ ਕੁੜੱਤਣ ਪੈਦਾ ਕਰਦੇ ਹੋ ਬਾਅਦ ਦੇ ਵਿੱਚ ਧਮਕੀ ਆਉਂਦੀ ਆ। ਜਦੋਂ ਧਮਕੀ ਆਉਂਦੀ ਆ ਫਿਰ ਆਪਾਂ ਗਨਮੈਨ ਲੈਂਦੇ ਆ। ਜਦੋਂ ਗਨਮੈਨ ਲੈਂਦੇ ਆ ਫਿਰ ਇੱਕ ਨਵਾਂ ਵਿਵਾਦ ਪੈਦਾ ਹੁੰਦਾ। ਤੇ ਇਸ ਕਰਕੇ ਭਾਈ ਬੋਲਣ ਤੋਂ ਪਹਿਲਾਂ ਤੋਲਿਆ ਕਰੋ। ਕਿਸੇ ਦੇ ਬਾਰੇ ਵੀ ਕੁਝ ਵੀ ਕਹਿਣ ਤੋਂ ਪਹਿਲਾਂ ਤੋਲਣਾ ਚਾਹੀਦਾ। ਇਹ ਨਹੀਂ ਵੀ ਜੋ ਸਾਨੂੰ ਬੋਲਣ ਦੀ ਆਜ਼ਾਦੀ ਆ, ਯਾਰ ਬੋਲਣ ਦੀ ਆਜ਼ਾਦੀ ਆ, ਬਕਵਾਸ ਦੀ ਨਹੀਂ ਆ। ਬੋਲਣ ਦੀ ਆਜ਼ਾਦੀ ਦਾ ਫਾਇਦਾ ਨਜਾਇਜ਼ ਨਹੀਂ ਚੁੱਕਣਾ ਚਾਹੀਦਾ। ਲਿਖਣ ਦੀ ਆਜ਼ਾਦੀ ਦਾ ਫਾਇਦਾ ਨਜਾਇਜ਼ ਨਹੀਂ ਚੁੱਕਣਾ ਚਾਹੀਦਾ। ਲਿਖਣ ਵਾਲਿਆਂ ਨੂੰ ਵੀ ਬੇਨਤੀ ਤੇ ਬੋਲਣ ਵਾਲਿਆਂ ਨੂੰ ਵੀ ਤਹਿਜ਼ੀਬ ਦੇ ਵਿੱਚ ਤੇ ਮਰਿਆਦਾ ਦੇ ਵਿੱਚ ਰਹਿ ਕੇ ਸੱਭਿਅਕ ਤਰੀਕੇ ਨਾਲ ਵਿਚਾਰ ਪ੍ਰਗਟਾਵਾ ਕਰਿਆ ਕਰੋ। ਖੇਤੀ ਕਾਨੂੰਨ ਜਦੋਂ ਬਣੇ
ਤੇ ਉਸ ਤੋਂ ਬਾਅਦ ਕਿਸਾਨ ਅੰਦੋਲਨ ਕਿਵੇਂ ਛਿੜਿਆ ਆਪਾਂ ਇਹਦੇ ਬਾਰੇ ਜਾਣਦੇ ਹਾਂ। ਅਸੀਂ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਹਰ ਰੋਜ਼ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਗਰਾਮ ਕਰਦੇ ਰਹੇ ਹਾਂ, ਕਿਉਂਕਿ ਅਸੀਂ ਵੀ ਸਾਰੇ ਕਿਸਾਨ ਹਾਂ, ਤੁਸੀਂ ਵੀ ਸਾਰੇ ਕਿਸਾਨ ਹੋ, ਮਜ਼ਦੂਰ ਵਰਗ ਦੇ ਨਾਲ ਸੰਬੰਧਿਤ ਹਾਂ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸੀ ਹੈ ਤੇ ਰਵੇ, ਇਹਦੀ ਅਸੀਂ ਕਾਮਨਾ ਹਮੇਸ਼ਾ ਹੀ ਕੀਤੀ ਹੈ। ਪਰ ਮੈਨੂੰ ਦੁੱਖ ਹੁੰਦਾ ਨਿੱਜੀ ਤੌਰ ਦੇ ਉੱਤੇ ਵੀ ਯਾਰ ਬਾਰਡਰਾਂ ਦੇ ਉੱਤੇ ਸਧਾਰਨ ਲੋਕ ਆ ਜਿਹੜੇ ਉਹ ਕਿੰਨਾ ਸਮਾਂ ਬੈਠੇ ਰਹੇ ਆ, ਸਾਲ ਤੋਂ ਵੱਧ ਦਾ ਸਮਾਂ। ਹਰ ਕਿਸਾਨ, ਹਰ ਮਜ਼ਦੂਰ ਉੱਥੇ ਗਿਆ, ਵਪਾਰੀ ਵੀ ਗਏ ਆ ਉੱਥੇ, ਡਾਕਟਰ ਵੀ ਗਏ ਆ, ਨਰਸਾਂ ਵੀ ਗਈਆਂ, ਪੱਤਰਕਾਰ ਵੀ ਗਏ ਆ, ਹੋਰ ਕਿੱਤਿਆਂ ਵਾਲੇ ਲੋਕ ਵੀ ਗਏ ਆ, ਪੰਜਾਬੋਂ ਬਾਹਰਲੇ ਲੋਕ ਵੀ ਗਏ ਆ। ਪਰ ਜਦੋਂ ਕਿਸਾਨ ਆਪਸ ਦੇ ਵਿੱਚ, ਕਿਸਾਨ ਆਗੂ ਆਪਸ ਦੇ ਵਿੱਚ ਖੇਬੜਨਗੇ ਤਾਂ ਫਿਰ ਉਦੋਂ ਲਹਿਰਾਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਆਪਾਂ ਸਮਝ ਸਕਦੇ ਹਾਂ। ਸਾਨੂੰ ਇਸ ਗੱਲ ਦਾ ਪਤਾ ਵੀ ਉਸ ਕਿਸਾਨ ਅੰਦੋਲਨ ਦੇ ਵਿੱਚ ਅੜੀਆਂ ਫਸੀਆਂ ਕਈ ਰਹੀਆਂ, ਪਰ ਉਹਨਾਂ ਗੱਲਾਂ ਨੂੰ ਹਮੇਸ਼ਾ ਇਗਨੋਰ ਕੀਤਾ ਵੀ ਏਕਤਾ ਦੀ ਤੰਦ ਆ ਜਿਹੜੀ ਉਹ ਮਜ਼ਬੂਤ ਰਵੇ। ਪਰ ਹੁਣ ਜਿਸ ਤਰੀਕੇ ਦੇ ਨਾਲ ਕੁੱਕੜ ਖੇ ਉੱਡਣ ਲੱਗੀ ਹੈ ਤੇ ਪੁਰਾਣੀਆਂ ਗੱਲਾਂ ਉਵੇਂ ਕੱਢ ਕੇ ਬਾਹਰ ਲਿਆਂਦੀਆਂ ਜਾ ਰਹੀਆਂ। ਜਿਸ ਤਰੀਕੇ ਦੇ ਨਾਲ ਕੋਈ ਨੇਤਾ ਹੋਵੇ ਤੇ ਉਹ ਜਦੋਂ ਸੇਵਾ ਮੁਕਤ ਹੋ ਜਾਂਦਾ ਫਿਰ ਕਿਤਾਬ ਲਿਖਦੇ ਹੁੰਦੇ ਆ, ਉਹ ਕਹਿੰਦੇ ਹੁੰਦੇ ਆ ਕਿ 1972 ਦੇ ਵਿੱਚ ਇੱਕ ਆਹ ਗੱਲ ਹੋਈ ਸੀ, ਉਦੋਂ ਐਂ ਹੋਇਆ ਸੀ, ਇਉਂ ਲੋਕਾਂ ਦਾ ਨੁਕਸਾਨ ਫਲਾਣੇ ਨੇ ਕੀਤਾ। ਤੇ ਭਲਿਆ ਮਾਨਸਾ, ਜੇਕਰ ਤੂੰ ਉਦੋਂ ਹਾਜ਼ਰ ਸੀ ਫਿਰ ਤੂੰ ਉਦੋਂ ਰੋਕਣਾ ਸੀ ਨੁਕਸਾਨ ਨੂੰ, ਫਿਰ ਹੁਣ ਕਿਹੜੀ ਗੱਲੋਂ ਦੱਸਦੇ ਆ। ਤੇ ਉਹੀ ਕਿਸਾਨ ਅੰਦੋਲਨ ਵਿਚਲੀਆਂ ਗੱਲਾਂ ਜਿਹੜੀਆਂ ਉਹ ਗੁਰਨਾਮ ਸਿੰਘ ਚੜੂਨੀ ਨੇ ਰਾਕੇਸ਼ ਟਕੈਤ ਨਾਲ ਸੰਬੰਧਿਤ ਕੀਤੀਆਂ। ਸਾਨੂੰ ਨਹੀਂ ਪਤਾ ਵੀ ਜਿਹੜੇ ਲਾਏ ਗਏ ਦੋਸ਼ ਆ ਸਹੀ ਹੈ ਕਿ ਗਲਤ ਆ, ਪਰ ਇਹਦੇ ਨਾਲ ਲੋਕਾਂ ਦੇ ਭਰੋਸੇ ਤੇ ਕਿੰਨੀ ਵੱਡੀ ਸੱਟ ਵੱਜਦੀ ਹੈ ਤੇ ਸਰਕਾਰ ਦੀਆਂ ਕਿਵੇਂ ਪੂਰੀਆਂ ਪੈਂਦੀਆਂ, ਕਿਉਂਕਿ ਸਰਕਾਰ ਤਾਂ ਚਾਹੁੰਦੀ ਹੈ ਵੀ ਇਹ ਆਪਸ ਦੇ ਵਿੱਚ ਫਸੇ ਰਹਿਣ, ਝੱਗਾ ਪਾੜੀ ਜਾਣ, ਲੀੜਿਆਂ ਨੂੰ ਹੱਥ ਪਾਈ ਰੱਖਣ, ਇੱਕ ਦੂਜੇ ਦੇ ਗੋਡਾ ਫੇਰਨ, ਤੇ ਉਹ ਤਾਂ ਚਾਹੁੰਦੀ ਹੈ ਤੇ ਅਸੀਂ ਉਵੇਂ ਕਰ ਵੀ ਰਹੇ ਹਾਂ। ਗੁਰਨਾਮ ਸਿੰਘ ਚੜੂਨੀ ਨੇ ਇੱਕ ਚਿੱਠੀ ਲਿਖੀ ਹੈ, ਪਹਿਲਾਂ ਉਹਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਦੇ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਨਾਂ ਖੁੱਲ੍ਹਾ ਖੱਤ ਲਿਖਿਆ। ਚੜੂਨੀ ਨੇ ਕਿਸਾਨ ਅੰਦੋਲਨ ਦੌਰਾਨ ਹੋਏ ਘਟਨਾਕ੍ਰਮ ਦਾ ਜ਼ਿਕਰ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਉੱਤੇ ਗੰਭੀਰ ਦੋਸ਼ ਲਾਏ ਨੇ। ਚੜੂਨੀ ਦਾ ਕਹਿਣਾ ਕਿ ਯੂਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਣੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਪਹੁੰਚੇ 5 ਕਿਸਾਨਾਂ ਦੀ ਗੱਡੀ ਨਾਲ ਕੁਚਲ ਕੇ ਹੱਤਿਆ ਕੀਤੀ ਗਈ ਸੀ, ਪਰ ਇਸ ਹੱਤਿਆਕਾਂਡ ਦੇ ਵਿੱਚ ਵੀ ਐਸਕੇਐਮ ਯਾਨੀ ਕਿ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ। ਚੜੂਨੀ ਨੇ ਕਿਹਾ ਕਿ ਉਹ ਪੰਜਾਬ ਦੇ ਵਿੱਚ ਸੀ, ਜਦੋਂ ਉਹ ਲਖੀਮਪੁਰ ਜਾਣ ਲੱਗਾ ਤਾਂ ਉਸ ਨੂੰ ਮੇਰਠ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਸਪਸ਼ਟ ਕਿਹਾ ਸੀ ਕਿ ਲਖੀਮਪੁਰ ਖੀਰੀ ਤੱਕ ਨਾ ਪਹੁੰਚਣ ਦੇਣ ਦੇ ਸਖਤ ਆਦੇਸ਼ ਨੇ, ਜਦਕਿ ਰਾਕੇਸ਼ ਟਕੈਤ ਸਮੇਤ ਕਈ ਨੇਤਾਵਾਂ ਨੂੰ ਲਖੀਮਪੁਰ ਖੀਰੀ ਪਹੁੰਚਣ ਦਿੱਤਾ ਗਿਆ। ਉਹਨਾਂ ਨੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਕੇਂਦਰੀ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਕਰਨ ਤੇ ਉਸ ਦੇ ਪੁੱਤਰ ਸਮੇਤ ਹੋਰ ਕਾਤਲਾਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਸ਼ਹੀਦ ਕਿਸਾਨਾਂ ਦਾ ਅੰਤਿਮ ਸੰਸਕਾਰ ਨਾ ਕਰਨ ਦੇ ਲਈ ਵੀ ਅਪੀਲ ਕੀਤੀ ਸੀ। BKU ਪ੍ਰਧਾਨ ਯਾਨੀ ਕਿ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਚੜੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਉਸ ਨੂੰ ਰਿਹਾ ਕਰਵਾਉਣ ਦੇ ਲਈ ਕੋਈ ਕਦਮ ਨਹੀਂ ਸੀ ਚੁੱਕਿਆ, ਜਦਕਿ ਉਸ ਦੇ ਸੰਗਠਨ ਦੇ ਕਿਸਾਨ ਨੇਤਾਵਾਂ ਨੇ ਯੁੱਧਵੀਰ ਸਹਿਰਾਵਤ, ਡਾਕਟਰ ਦਰਸ਼ਨਪਾਲ, ਯੋਗੇਂਦਰ ਯਾਦਵ ਨੂੰ ਸਖਤ ਕਦਮ ਚੁੱਕਣ ਵਾਸਤੇ ਕਿਹਾ ਸੀ, ਪਰ ਅਣਸੁਣਿਆ ਕਰ ਦਿੱਤਾ ਗਿਆ। ਉਹਨਾਂ ਨੇ ਆਪਣੇ ਸੰਗਠਨ ਦੇ ਬਲਬੂਤੇ ਰੋਡ ਜਾਮ ਕੀਤੀਆਂ, ਜਿਸ ਤੋਂ ਬਾਅਦ ਰਿਹਾ ਕੀਤਾ ਗਿਆ, ਜਦਕਿ ਅੰਦੋਲਨ ਦਾ ਅਸੂਲ ਇਹ ਬਣਦਾ ਸੀ ਕਿ ਸੰਯੁਕਤ ਕਿਸਾਨ ਮੋਰਚਾ ਤੁਰੰਤ ਐਲਾਨ ਕਰਦਾ ਕਿ ਚੜੂਨੀ ਨੂੰ ਰਿਹਾ ਕੀਤਾ ਜਾਵੇ ਤੇ ਬਾਅਦ ਦੇ ਵਿੱਚ ਲਖੀਮਪੁਰ ਦੇ ਵਿੱਚ ਕੋਈ ਵੱਡਾ ਕਦਮ ਚੁੱਕਿਆ ਜਾਂਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਹੁਣ ਗੁਰਨਾਮ ਸਿੰਘ ਚੜੂਨੀ ਵੱਲੋਂ ਸਵਾਲ ਖੜੇ ਕੀਤੇ ਗਏ ਆ, ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਇਹ ਸਵਾਲ ਗਲਤ ਆ, ਇਹ ਸਵਾਲ ਆਪਣੇ ਆਪ ਬਣਾਏ ਗਏ ਆ ਜਾਂ ਸ਼ੱਕ ਨਹੀਂ ਸੀ ਪੈਦਾ ਹੋਇਆ। ਮੇਰੀ ਬੇਨਤੀ ਸਿਰਫ ਇਹ ਆ ਕਿ ਜਿਹੜੇ ਲੋਕ ਆਪਣੇ ਟਰੈਕਟਰਾਂ ਦੇ ਵਿੱਚ ਤੇਲ ਪਵਾ ਕੇ ਤੇ ਪੂਰਾ ਉੱਥੇ ਤਰਪੈਲਾਂ ਪਾ ਕੇ ਟਰਾਲੀਆਂ ਦੇ ਉੱਤੇ ਤੇ ਰਾਸ਼ਨ ਇਕੱਠਾ ਕਰਕੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਬਾਰਡਰਾਂ ਦੇ ਉੱਤੇ ਪਹੁੰਚੇ, ਉਹ ਕੀ ਸੋਚਦੇ ਹੋਣਗੇ ਵੀ ਯਾਰ ਸਾਨੂੰ ਤਾਂ 1 ਸਾਲ ਇਹਨਾਂ ਨੇ ਧੋਖੇ 'ਚ ਹੀ ਰੱਖਿਆ, ਸਾਨੂੰ ਗੁੰਮਰਾਹ ਕਰੀ ਗਏ, ਇਹਨਾਂ ਦੀ ਤਾਂ ਆਪਸ ਦੇ ਵਿੱਚ ਨਹੀਂ ਬਣਦੀ ਸੀ। ਸਾਨੂੰ ਕਹਿੰਦੇ ਸੀ ਵੀ ਏਕੇ ਦੇ ਨਾਲ ਤੁਸੀਂ ਇੱਥੇ ਪਹੁੰਚੋ, ਬਾਰਡਰਾਂ ਦੇ ਉੱਤੇ ਗਾਜ਼ੀਪੁਰ ਪਹੁੰਚੋ, ਸਿੰਘੂ ਪਹੁੰਚੋ, ਟਿਕਰੀ ਪਹੁੰਚੋ, ਤੇ ਫਿਰ ਇਹੋ ਜਿਹੀਆਂ ਗੱਲਾਂ ਮਨੋਬਲ ਤੇ ਸੱਟ ਮਾਰਦੀਆਂ। ਹੁਣ ਸੋਚਣ ਵਾਲੀ ਗੱਲ ਇਹ ਆ ਵੀ ਜੇਕਰ ਤੁਸੀਂ ਇਦਾਂ ਪਾਟੋ ਧਾੜ ਦੀਆਂ ਗੱਲਾਂ ਕਰੋਗੇ, ਤੁਸੀਂ ਇੱਕ ਦੂਜੇ ਦੇ ਉੱਤੇ ਦੋਸ਼ ਲਾਓਗੇ ਤਾਂ ਕਿਸਾਨ ਦੇ ਉੱਤੇ, ਮਜ਼ਦੂਰ ਦੇ ਉੱਤੇ ਅਸਰ ਇਹਦਾ ਕੀ ਜਾਊਗਾ। ਤੇ ਜੇਕਰ ਤੁਹਾਨੂੰ ਕੱਲ੍ਹ ਨੂੰ ਇੱਕ ਲਹਿਰ ਖੜੀ ਕਰਨੀ ਪੈਂਦੀ, ਕੋਈ ਤੁਹਾਡੇ ਨਾਲ ਤੁਰੂਗਾ। ਇਸ ਕਰਕੇ ਜੋ ਕੁਝ ਤੁਹਾਡਾ ਆਪਸ ਦੇ ਵਿੱਚ ਹੋਇਆ ਭਾਈ, ਉਹ ਹੱਥ ਜੋੜ ਕੇ ਬੇਨਤੀ ਆ, ਆਪਸ ਦੇ ਵਿੱਚ ਬੈਠ ਕੇ ਮੁਕਾਲਿਆ ਕਰੋ। ਬਾਹਰ ਆ ਕੇ ਤੁਸੀਂ ਜਲੂਸ ਨਾ ਕੱਢੋ ਇਸ ਲਹਿਰ ਦਾ, ਇਸ ਅੰਦੋਲਨ ਦਾ। ਲੋਕਾਂ ਨੇ ਕੋਈ ਕਸੂਰ ਨਹੀਂ ਸੀ, ਬਹੁਤ ਮਿਹਨਤ ਕੀਤੀ ਹੈ ਇਹਨੂੰ ਬਚਾਉਣ ਦੇ ਲਈ, ਇਹਨੂੰ ਚਲਾਉਣ ਦੇ ਲਈ। ਆਪ ਜੀ ਦੀਆਂ ਤਾਂ ਖਬਰਾਂ ਬਣ ਜਾਂਦੀਆਂ ਸੀ ਕਿ ਤੁਸੀਂ ਉੱਥੇ ਮੀਟਿੰਗ ਕੀਤੀ, ਤੁਸੀਂ ਉਹਦੇ ਨਾਲ ਮੀਟਿੰਗ ਕੀਤੀ, ਤੁਸੀਂ ਆਹ ਗੱਲ ਕਹੀ, ਤੁਸੀਂ ਆਹ ਗੱਲ ਕਹੀ। ਲੋਕਾਂ ਦੀਆਂ ਤਾਂ ਖਬਰਾਂ ਵੀ ਨਹੀਂ ਬਣਦੀਆਂ ਸੀ, ਲੋਕ ਤਾਂ ਤੁਹਾਡੇ ਮਗਰ ਲੱਗੇ ਸੀ। ਤੇ ਜੇਕਰ ਮੂਹਰੇ ਲੱਗਣ ਵਾਲੇ ਆਪਸ ਦੇ ਵਿੱਚ ਕੁੱਕੜ ਖੇ ਉਡਾਈ ਜਾਣਗੇ ਤਾਂ ਲੋਕ ਮਗਰ ਨਹੀਂ ਲੱਗਣਗੇ। ਲੋਕ ਇਹ ਗੱਲ ਕਹਿਣਗੇ ਵੀ ਇਹ ਇਸ ਲਾਇਕ ਨਹੀਂ, ਇਹ ਸਾਨੂੰ ਫੇਰ ਨਾ ਵਰਤ ਜਾਣ ਕਿਤੇ। ਹੁਣ ਲੋਕ ਕੁਝ ਕੁ ਇਹੋ ਜਿਹੇ ਬਿਆਨ ਪੜ੍ਹ ਕੇ ਕਹਿੰਦੇ ਆ ਕਿ ਕਿਤੇ ਸਾਨੂੰ ਵਰਤ ਤਾਂ ਨਹੀਂ ਲਿਆ ਗਿਆ, ਇਸ ਕਰਕੇ ਵਰਤੇ ਨਾ ਜਾਈਏ, ਆਪ ਵੀ ਨਾ ਵਰਤੇ ਜਾਈਏ, ਅਸੀਂ ਵੀ ਨਾ ਵਰਤੇ ਜਾਈਏ। ਇਸ ਗੱਲ ਦੀ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਥੋੜ੍ਹਾ ਜਿਹਾ ਏਕਾ ਵੀ ਦਿਖਾਇਆ ਕਰੋ। ਜੇ ਏਕਾ ਹੁੰਦਾ ਤਾਂ ਇੰਨੀਆਂ ਸੈਂਕੜੇ, ਇੰਨੀਆਂ ਹਜ਼ਾਰਾਂ ਜਥੇਬੰਦੀਆਂ ਨਾ ਬਣਦੀਆਂ। ਤੇ ਜਦੋਂ ਆਪਣੀ ਏਕੇ ਦੀ ਘਾਟ ਹੈ ਤੇ ਫਿਰ ਆਪਾਂ ਕਿਵੇਂ ਕਵਾਂਗੇ ਕਿ ਏਕੇ ਦੇ ਵਿੱਚ ਆਓ ਸਾਰੇ ਜਾਣੇ ਹੰਬਲਾ ਮਾਰੋ, ਇਕੱਠੇ ਹੋ ਕੇ ਹੰਬਲਾ ਮਾਰਦੇ ਆ।
ਪਹਿਲਾਂ ਆਪ ਸਿੱਖੋ, ਫਿਰ ਅਸੀਂ ਮਗਰ ਤੁਰਾਂਗੇ। ਲੋਕ ਇਹ ਗੱਲ ਕਹਿੰਦੇ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ।